फिरत फिरत प्रभ आया, परया तो शरणाए। नानक की प्रभ बेनती, अपनी भगति लाए। अपनी भगति लाए। कृपा निधान दया दे सागर, बाणी के बोधे धन धन गुरु ग्रंथ साहिब जी महाराज के चरणों का ध्यान करके सारे गुर फतेह बुलाओ। आखो जी वाहिगुरु जी का खालसा, वाहिगुरु जी की फतेह। गुरु साहब के बचन ने फिरत फिरत प्रभ आया, परया तो शरणाए। नानक की प्रभ बेनती, अपनी भगति लाए। बेनतियां करदा जीव, बेनतियां नाल अरदासां नाल जोदड़ियां नाल वजे होए कर्मां नूं जिंदरे खुलदे है। जो ताले जन्मां जन्मां दे लगे हुए ने, वो ताले खुलदे। किवें खुलदे आ ताले, क्यों वजे ने ताले? ये ऐसा केड़ा जिंदरा है जिहड़ा जन्मां जन्मां दा लगा ते खुलन दा नां नहीं लैंदा पिया। असल विच आप सब जानदे हो, ताले दी जिंदरे दी कोई औकात नहीं होंदी कि वह खुले ना। खोलन वाला चाहिए। जे जिंदरे नूं किसी ने मारिया है, उन्होंने कोई खोलन वाला भी होएगा। जिंदरा तो एक साधन है, उन्होंने जदों मर्जी मार लो, जदों मर्जी खोल लो। जिंदरा वज भी मिनट विच जांदा है, जिंदरा खुल भी पल विच जांदा है। आप सब भली बात जानो, अज जिंदरियां दी तालियां दी बड़ी लोड़ पै गई। एक वक्त हुंदा सी जदों दर खुले पै रहिंदे सी, ईमानदारी सी, इन्हां चीज़ां दी कोई जरूरत नहीं सी हुंदी। बेईमानी बेईमानी इन्नी वध गई कि अज अपना धन, अपना तन, अपना मन, अपनी संपत्ति, अपनी वस्तां दातां जिंदरा मार के ताला मार के रखण दी लोड़ पै गई। युग है कला दा। इस युग दे विच बंदा हथ ते हथ मार के सारा कुछ, जिन्हों मेहनत नहीं करनी आउंदी, जिन्हों किसी ने गुर नहीं सिखाया, उन्हों जदों वस्त प्राप्त नहीं होंदी तो फिर वो हथ ते हथ मार के खोण दा यतन करदा। ये बंदे दे सुभाव च है कि जदों उन्हों किसी अपनिया वजह कारण कोई चीज़ प्राप्त नहीं होंदी तो फिर उन्होंने खोण दा यतन करदा। गल आपां जिंदरे दी कर रहे हैं। ये ताला की चीज़ है? इहदा मनुखा जामे दे उत्ते ये किवें वजिया है, किवें खुलना? ताला असल एक अकल दी उपज है। की है? एक अकल दी उपज है।
ਤਾਲਾ ਅਕਲ ਤੋਂ ਬਣਿਆ। ਕਿਸੇ ਚੀਜ਼ ਨੂੰ ਅੱਜ ਨੰਬਰਾਂ ਵਾਲੇ ਤਾਲੇ ਬਣੇ ਆ, ਪਹਿਲਾਂ ਕਲਾ ਵਾਲੇ ਤਾਲੇ ਹੁੰਦੇ ਸੀ। ਸਿਕਲੀਗਰ ਲੋਕ, ਇੱਕ ਵਿਸ਼ੇਸ਼ ਲੋਕ ਜੋ ਔਜ਼ਾਰ ਬਣਾਉਂਦੇ ਸੀ, ਉਹਨਾਂ ਨੇ ਤਾਲਾ ਬਣਾਇਆ ਕਿ ਜਿਸ ਚਾਬੀ ਨਾਲ ਤਾਲਾ ਵੱਜਿਆ ਇਹ ਉਸੇ ਚਾਬੀ ਨਾਲ ਖੁੱਲੇਗਾ, ਜਾਂ ਫਿਰ ਤਾਲਾ ਬਣਾਉਣ ਵਾਲਾ ਜਾਂ ਉਨੀ ਸਮਝ ਰੱਖਣ ਵਾਲਾ ਬੰਦਾ ਉਹਨੂੰ ਖੋਲੇਗਾ। ਹੁਣ ਬੜੀਆਂ ਤਰ੍ਹਾਂ ਦੇ ਤਾਲੇ ਆ ਗਏ ਨੇ, ਗੱਡੀਆਂ ਦੇ ਲੋਕ, ਇਲੈਕਟ੍ਰੋਨਿਕ ਲੋਕ ਆ ਗਏ ਨੇ, ਬਟਨ ਨੱਪੋ ਕਟਕ ਕਟਕ ਸਾਰੇ ਦਰਵਾਜ਼ੇ ਲੋਕ ਹੋ ਜਾਂਦੇ ਨੇ, ਸਾਰੀ ਗੱਡੀ ਲੋਕ ਹੋ ਜਾਂਦੀ। ਜੇ ਬਿਨਾਂ ਚਾਬੀ ਤੋਂ ਉਹਨੂੰ ਕੋਈ ਛੇੜਦਾ ਹੈ ਤੇ ਉਹ ਰੌਲਾ ਪਾਉਣ ਲੱਗ ਜਾਂਦੀ ਹੈ, ਗੱਡੀ ਹੂਟਰ ਮਾਰਨ ਲੱਗ ਜਾਂਦੀ ਹੈ, ਲੋਕਾਂ ਨੂੰ ਪਤਾ ਲੱਗ ਜਾਏ ਵੀ ਇਹ ਬਿਨਾਂ ਤਾਲੇ ਤੋਂ ਇਹਨੂੰ ਕੋਈ ਖੋਲ ਰਿਹਾ। ਸਮੇਂ ਦੇ ਹਿਸਾਬ ਨਾਲ ਇਹ ਆਜ਼ਾਦ ਹੋ ਗਈ ਚੀਜ਼, ਅੱਗੇ ਵਿਸਤਾਰ ਹੋ ਗਿਆ। ਹੁਣ ਇੱਕ ਤਾਲਾ ਬੰਦੇ ਨੂੰ ਵੱਜਾ, ਇੱਕ ਤਾਲਾ ਕਰਮਾਂ ਨੂੰ ਵੱਜਾ। ਇਸ ਤਾਲਾ ਜਿਹੜਾ ਵੱਜਾ, ਇਹ ਤਾਲੇ ਨੂੰ ਖੋਲਣਾ ਵੀ ਅਕਲ ਨਹੀਂ ਹੈ। ਵਜ੍ਹਾ ਭਾਵੇਂ ਕਿਵੇਂ ਹੀ ਹੈ, ਬੇਅਕਲੀ ਤੋਂ ਵੱਜ ਗਿਆ, ਬੇਸਮਝੀ ਤੋਂ ਵੱਜ ਗਿਆ। ਕਈ ਤਾਲੇ ਤੁਸੀਂ ਵੇਖੇ ਨੇ, ਉਹਨਾਂ ਨੂੰ ਚਾਬੀਆਂ ਦੀ ਲੋੜ ਨਹੀਂ ਹੁੰਦੀ, ਮਾਰਨ ਲੱਗਿਆ ਉਹਨੂੰ ਚਾਬੀ ਦੀ ਲੋੜ ਨਹੀਂ ਹੁੰਦੀ, ਬਸ ਉਹਨੂੰ ਤੁਸੀਂ ਬਰੋਬਰ ਲਿਆ ਕੇ ਕਟਕ ਕਰੋ ਤੇ ਇੱਕਦਮ ਆਪੇ ਹੀ ਵੱਜ ਜਾਂਦਾ। ਹੁਣ ਕੋਈ ਛੋਟਾ ਜਿਹਾ ਬੱਚਾ ਹੋਵੇ, ਤਾਲੇ ਨਾਲ ਖੇਡਦਾ ਪਿਆ ਹੋਵੇ, ਉਹ ਖੇਡਦਾ ਖੇਡਦਾ ਤਾਲੇ ਨੂੰ ਬਰੋਬਰ ਲਿਆ ਕੇ ਤੇ ਉਹਨੂੰ ਕਟਕ ਵਿੱਚ ਮਾਰ ਦੇ, ਉਹ ਤਾਲਾ ਵੱਜ ਜਾਏਗਾ। ਹੁਣ ਤਾਲੇ ਨੇ ਥੋੜਾ ਵੇਖਣਾ ਵੀ ਇਹ ਬੱਚਾ ਤੇ ਮੈਂ ਵੱਜਿਆ ਨਾ, ਉਹ ਤਾਂ ਇੱਕ ਵਸਤ, ਉਹ ਤਾਂ ਇੱਕ ਸਾਧਨ ਹੈ। ਹੁਣ ਤਾਲਾ ਕਿਤੇ ਚੰਗਿਆਈ ਵੀ ਦਿੰਦਾ, ਕਿਤੇ ਭਲਾ ਵੀ ਕਰਦਾ, ਵੱਜਾ ਹੋਇਆ। ਹੁਣ ਆਪਾਂ ਚੌਥੀਆਂ ਤੀਜੀਆਂ ਮੰਜ਼ਿਲਾਂ ਤੇ ਲੋਕ ਰਹਿੰਦੇ ਨੇ, ਗੱਡੀਆਂ ਕਿਤੇ ਖੜੀਆਂ ਹੁੰਦੀਆਂ ਨੇ, ਇੱਕੋ ਤਾਲੇ ਦੇ ਭਰੋਸੇ ਹੀ ਹੈ ਨਾ ਵੀ ਸਾਡੀ ਗੱਡੀ ਲੋਕ ਹੈ, ਤੇ ਆਰਾਮ ਨਾਲ ਬੰਦੇ ਨੂੰ ਨੀਂਦਰ ਆ ਜਾਂਦੀ ਹੈ ਕਿ ਮੇਰੀ ਗੱਡੀ ਲੋਕ ਹੈ, ਮੈਨੂੰ ਕੋਈ ਚੋਰ ਨਹੀਂ ਪੈਂਦਾ। ਹੋਰ ਉਹਦੇ ਚੰਗੇ ਸਾਧਨ ਨੇ ਤਾਲੇ ਵਰਗੇ, GPS ਲੱਗੇ ਨੇ, ਉਹ ਵੀ ਇੱਕ ਤਾਲਾ ਹੀ ਹੈ। ਉਹ ਤਾਲਾ ਨਾ ਹੋਵੇ, ਗੱਡੀ ਖੁੱਲੀ ਪਈ ਹੋਵੇ, ਬੰਦਾ ਸਾਰੀ ਰਾਤ ਸੌ ਨਹੀਂ ਸਕਦਾ, ਬੇਚੈਨ ਰਹੇਗਾ, ਮੇਰੀ ਗੱਡੀ ਖੁੱਲੀ ਹੈ, ਕੋਈ ਲੈ ਨਾ ਜਾਵੇ। ਜਾਂ ਕੋਈ ਹੋਰ ਸਾਧਨ, ਘਰ ਲਾ ਲਓ, ਆਪਾਂ ਕਿਤੇ ਗਏ ਹੋਈਏ, ਘਰ ਛੱਡ ਕੇ ਕਿਤੇ ਭੁਲੇਖੇ ਨਾਲ ਕਾਹਲੀ ਕਾਹਲੀ ਵਿੱਚ ਤਾਲਾ ਮਾਰਨਾ ਭੁੱਲ ਜਾਈਏ, ਜਾਂ ਇਉਂ ਲਾ ਲਓ ਵੀ ਤਾਲਾ ਵੱਜਾ ਹੋਵੇ, ਉਵੇਂ ਸੁਰਤ ਚੋਂ ਹੀ ਨਿਕਲ ਜੇ ਤਾਲਾ ਨਹੀਂ ਮਾਰਿਆ, ਤੇ ਜਿੰਨੇ ਦਿਨ ਵੀ ਘੁੰਮਣਾ ਉਹਨੇ ਦਿਨ ਉਹ ਘੁੰਮਣ ਦਾ ਆਨੰਦ ਖਰਾਬ ਹੋ ਜਾਏਗਾ ਕਿ ਤਾਲਾ ਨਹੀਂ ਵੱਜਾ, ਸਿਕਿਉਰਿਟੀ ਨਹੀਂ ਹੈ, ਬੰਦੇ ਦਾ ਮਨ ਬੇਚੈਨ ਰਹੇਗਾ। ਕਿਤੇ ਕੰਮ ਵੀ ਚੰਗੇ ਵੀ ਕਰਦਾ, ਪਰ ਇੱਕ ਜਗ੍ਹਾ ਤੇ ਤਾਲਾ ਪੁੱਠਾ ਲੱਗ ਗਿਆ, ਗਲਤ ਲੱਗ ਗਿਆ, ਬੇਸਮਝੀ ਚ ਲੱਗ ਗਿਆ। ਉਹ ਕਿਹੜਾ ਤਾਲਾ ਲੱਗ ਗਿਆ? ਉਹ ਤਾਲਾ ਲੱਗ ਗਿਆ ਜਨਮ ਕੀ ਮਲ ਲਾਗੀ। ਉਹ ਬੇਸਮਝੀ ਦੇ ਵਿੱਚ ਮਨੁੱਖ ਜੋ ਆਨੰਦ ਪ੍ਰਾਪਤ ਕਰਨ ਵਾਸਤੇ ਪਰਮੇਸ਼ਰ ਨੇ ਇਹ ਦੁਨੀਆ ਬਣਾਈ ਸੀ, ਜੋ ਆਪਣੇ ਆਨੰਦ ਨੂੰ ਹੋਰ ਵਧਾਉਣ ਵਾਸਤੇ ਇਹ ਸੰਸਾਰ ਸਾਜਿਆ ਸੀ, ਉਹਦੇ ਵਿੱਚ ਇੱਕ ਮਨੁੱਖਾ ਜੂਨੀ ਬਣਾਈ ਸੀ ਜੋ ਆਨੰਦ ਪ੍ਰਾਪਤ ਕਰਨ ਵਾਸਤੇ ਸੰਸਾਰ ਤੇ ਆਈ ਸੀ। ਉਹ ਬੰਦਾ, ਉਹ ਜੀਵ, ਉਹ ਮਨੁੱਖ ਇੱਕ ਗਲਤੀ ਕਰ ਬੈਠਾ ਹੈ। ਉਹ ਜਾਣੇ ਚ ਹੋ ਗਈ, ਅਣਜਾਣੇ ਚ ਹੋ ਗਈ। ਉਹ ਐਸੀ ਗਲਤੀ ਹੋਈ, ਐਸੀ ਮੱਲ ਲੱਗੀ, ਐਸਾ ਨੀਵਾਂ ਬਣ ਗਿਆ, ਐਸਾ ਬੁਰਾਈ ਨੂੰ ਧਾਰਨ ਕੀਤਾ, ਉਹ ਐਸਾ ਬੁਰਾਈ ਦਾ ਬੂਟਾ ਲੱਗਾ, ਉਹਨੇ ਅੱਗੇ ਦੀ ਅੱਗੇ ਬੀਜ ਖਿਲਾਰਦਾ ਇੱਕ ਜੰਗਲ ਬਣ ਗਿਆ, ਇੱਕ ਜੰਗਲ ਬਣ ਗਿਆ। ਤੁਸੀਂ ਦੇਖਿਆ ਨਾ, ਕਈ ਵਾਰੀ ਕੰਡੇ ਹੁੰਦੇ ਨੇ, ਭਖੜਾ ਹੁੰਦਾ ਰਾਜਸਥਾਨ ਦੇ ਵਿੱਚ ਰੇਤਲਿਆਂ 'ਚ, ਇੱਕ ਹੋਰ ਕੰਡੇ ਹੁੰਦੇ ਨੇ
ਉਹਦੇ ਚਾਰ ਚਫੇਰੇ ਕੰਡੇ ਹੁੰਦੇ ਨੇ, ਚੌੜੇ ਚੌੜੇ ਪੱਤਰਾਂ ਵਾਲਾ ਵੱਡਾ ਸਾਰਾ ਦਰਖਤ ਬਣ ਜਾਂਦਾ ਹੈ। ਨਰਮਾ ਕਪਾਹ ਜਿਸ ਇਲਾਕੇ 'ਚ ਹੁੰਦਾ ਉਹਦੇ 'ਚ ਹੁੰਦਾ, ਉਹ ਕੰਡਾ ਐਂ ਕਰਕੇ ਮਾਰੀਏ ਉਹ ਇੱਕਦਮ ਫੜ ਲੈਂਦਾ। ਉਹਨੇ ਐਸਾ ਬੀ ਖਿਲਾਰਿਆ, ਐਸਾ ਬੀ ਖਿਲਾਰਿਆ ਬੰਦੇ ਦੇ ਜੀਵਨ 'ਚ, ਤੇ ਸਾਰਾ ਜੰਗਲ ਬਣ ਗਿਆ ਜੰਗਲ। ਉਸ ਜੰਗਲ ਦੇ ਵਿੱਚ ਉਹ ਜੀਵ ਫਸ ਗਿਆ। ਕੀ ਹੋ ਗਿਆ? ਉਹ ਜੀਵ ਫਸ ਗਿਆ। ਆਪਣੇ ਬੀਜੇ ਜੰਗਲ ਦੇ ਵਿੱਚ, ਆਪਣੇ ਕੀਤੇ ਗੁਨਾਹਾਂ ਦੇ ਵਿੱਚ ਜੀਵ ਫਸ ਗਿਆ। ਬੜਾ ਕਸੂਤਾ ਫਸਿਆ। 84 ਲੱਖ ਜੂਨੀ ਦਾ ਚੱਕਰ ਪੈ ਗਿਆ। ਜੂਨੀ ਮਿਲਦੀ ਹੈ, ਨਿਕਲਣ ਦਾ ਦਰਵਾਜ਼ਾ ਆਉਂਦਾ ਹੈ, ਪਰ ਇੱਕ ਨੇਤਰ ਨਾ ਹੋਣ ਕਰਕੇ, ਅੱਖਾਂ ਨਾ ਹੋਣ ਕਰਕੇ, ਸਮਝ ਨਾ ਹੋਣ ਕਰਕੇ ਉਹ ਤਾਲਾ ਖੁੱਲਦਾ ਨਹੀਂ। ਜਦੋਂ ਤਾਲਾ ਖੁੱਲਣ ਦਾ ਟਾਈਮ ਆਉਂਦਾ ਹੈ, ਉਦੋਂ ਜਾਂ ਤਾਂ ਕਲਾ ਨਹੀਂ ਘੁੰਮਦੀ ਜਾਂ ਚਾਬੀ ਗੁੰਮੀ ਹੁੰਦੀ ਹੈ। ਇਉਂ ਜਾਣੋ, ਇੱਕ ਕਮਰਾ ਹੈ, ਉਸ ਕਮਰਾ ਸਾਰਾ ਬੰਦ ਹੈ, ਚਾਰ ਚੁਫੇਰੇ, ਘੁੱਪ ਹਨੇਰਾ ਹੈ। ਉਹਨੂੰ ਇੱਕ ਦਰਵਾਜ਼ਾ, ਕਮਰੇ ਨੂੰ ਇੱਕ ਦਰਵਾਜ਼ਾ। ਉਹ ਬੰਦਾ ਘੁੰਮਦਾ ਘੁੰਮਦਾ ਹੱਥ ਟੋ ਟੋ ਕੇ, ਹਨੇਰਾ ਦਿਖਦਾ ਤਾਂ ਹੈ, ਟੋ ਕੇ ਕੰਧਾਂ ਨੂੰ ਟੋ ਕੇ ਜਦੋਂ ਤੁਰਿਆ ਜਾਂਦਾ, ਜਦੋਂ ਕਿਤੇ ਉਹ ਦਰਵਾਜ਼ਾ ਆਉਣ ਲੱਗਦਾ, ਉਦੋਂ ਜਾਂ ਤਾਂ ਉਹਨੂੰ ਖਾਰਿਸ਼ ਹੋ ਜਾਂਦੀ ਹੈ ਜਾਂ ਠੁੱਡਾ ਆ ਜਾਂਦਾ ਹੈ। ਉਦੋਂ ਉਹਦਾ ਜਿਹੜਾ ਟੋਹਣ ਵਾਲਾ ਹੱਥ ਹੈ ਉਹ 2 ਮਿੰਟ ਲਈ ਪਾਸੇ ਹੋ ਜਾਂਦਾ ਤੇ ਉਹ ਫਿਰ ਉਵੇਂ ਨਿਕਲ ਜਾਂਦਾ। ਫਿਰ 84 ਦਾ ਚੱਕਰ ਪੈ ਜਾਂਦਾ। ਫਿਰ ਉਹੀ ਅੱਗੇ ਦੀ ਅੱਗੇ ਤੁਰਿਆ ਜਾਂਦਾ ਜੀ। ਹੁਣ ਇਹ ਜੰਗਲ ਦੇ ਵਿੱਚੋਂ, ਇਹ ਹਨੇਰੇ ਦੇ ਕੋਠੜੇ ਵਿੱਚੋਂ, ਇਹ ਤਾਲੇ ਨੂੰ ਜਿਹੜਾ ਬੰਦੇ ਨੇ ਆਪਣੀ ਕਿਸਮਤ ਨੂੰ ਤਾਲਾ ਮਾਰ ਲਿਆ, ਇਹ ਤਾਲਾ ਕਿਵੇਂ ਖੁੱਲੇਗਾ? ਇਹ ਜਨਮਾਂ ਜਨਮਾਂ ਦੀ ਮਹਿਲ ਕਿਵੇਂ ਉਤਰੇਗੀ? ਗੱਲ ਛੋਟੀ ਕਰੀ, ਕੰਡੇ ਤਾਂ ਖਿਲਾਰ ਲੈ। ਹੁਣ ਆਪ ਨੂੰ ਹੀ ਚੁੱਭਦੇ ਪਏ। ਕਿਹਨੂੰ ਚੁੱਭਦੇ ਪਏ? ਆਪ ਨੂੰ। ਇਹ ਕੰਡੇ ਕਿਸੇ ਨੇ ਖਿਲਾਰੇ ਜੀ? ਇਹ ਕੰਡੇ ਕਿੰਨੇ ਖਿਲਾਰੇ? ਜੀਵ ਜਿਹੜਾ ਤੂੰ ਅੱਜ ਤੰਗ ਹੁੰਦਾ ਪਿਆ, ਮਨੁੱਖਾ ਜਾਮੇ ਦੇ ਵਿੱਚ ਤੂੰ ਇੰਨਾ ਤੰਗ ਹੁੰਦਾ ਪਿਆ, ਤੂੰ ਯਾਦ ਕਰ, ਜਦੋਂ ਤੇਰੇ ਕੋਲ ਮਨੁੱਖਾ ਜਾਮਾ ਨਹੀਂ ਹੋਏਗਾ, ਦੂਜੀਆਂ ਜੂਨੀਆਂ 'ਚ ਹੋਏਗਾ, ਤੈਨੂੰ ਕਿੰਨੀ ਤੜਪ ਹੋਏਗੀ। ਅੱਜ ਤਾਂ ਤੇਰੇ ਕੋਲ ਅਕਲ ਹੈ, ਸੋਝੀ ਹੈ, ਡਾਕਟਰ ਹੈ, ਪੈਰਾਂ 'ਚ ਪਾਉਣ ਨੂੰ ਚੱਪਲਾਂ ਨੇ, ਤਨ ਤੇ ਲੈਣ ਨੂੰ ਕੱਪੜਾ ਹੈ। ਅੱਜ ਮਕਾਨ ਕੋਠਾ ਕੱਚਾ ਕਿਸੇ ਨਾ ਕਿਸੇ ਤਰ੍ਹਾਂ ਦਾ, ਝੁੱਗੀ ਚਾਵਦੀ ਨਹੀਂ, ਬੰਦਾ ਕਿਸੇ 'ਚ ਜਾ ਵੜਦਾ। ਭੁੱਖ ਜੇ ਆਪਦੇ ਘਰ ਨਹੀਂ ਪੱਕੀ, ਕਿਤੋਂ ਨਾ ਕਿਤੋਂ ਲੰਗਰ 'ਚੋਂ ਸੱਜੇ ਖੱਬਿਓਂ ਮੰਗ ਕੇ ਖਾ ਲੈਨੇ। ਮੰਨ ਲੈ ਜਦੋਂ ਤੇਰੇ ਜ਼ਬਾਨ ਵੀ ਨਾ ਹੋਵੇ, ਤੂੰ ਐਸਾ ਜਾਨਵਰ ਬਣਿਆ ਹੋਵੇ, ਉਹਦਾ ਮਹੀਨਾ ਹੋਵੇ, ਕੱਕਰ ਪੈਂਦਾ ਹੋਵੇ, ਬਰਫ਼ ਪੈਂਦੀ ਹੋਵੇ, ਤੇ ਤੈਨੂੰ ਵੜਨ ਨੂੰ ਕੋਈ ਘਰ ਵੀ ਨਾ ਹੋਵੇ, ਤੇਰੇ ਕੋਲ ਉੱਤੇ ਲੈ ਕੇ ਕੱਪੜਾ ਪਾਉਣ ਨੂੰ ਬੁੱਧੀ ਵੀ ਨਾ ਹੋਵੇ, ਢਿੱਡ ਵਿੱਚ ਲੱਗੀ ਭੁੱਖ ਹੋਵੇ, ਤੇ ਉਦੋਂ ਤੇਰਾ ਕੀ ਬਣਦਾ ਹੋਏ? ਉਹ ਵੀ ਜੂਨੀ ਭੋਗੀ ਤੂੰ, ਉਹ ਵੀ ਜੂਨੀ ਭੋਗੀ। ਬਣਿਆ ਹੋਵੇ ਤੂੰ ਮੱਛਲੀ, ਅੰਦਰ ਹੋਵੇ ਤੇਰੇ ਅੱਗ, ਰਹਿੰਦਾ ਹੋਵੇ ਤੂੰ ਸਮੁੰਦਰ ਵਿੱਚ, ਤੇ ਤੈਨੂੰ ਪਾਣੀ ਦੀ ਘੁੱਟ ਭਰਨ ਦੀ ਅਕਲ ਨਾ ਹੋਵੇ, ਤੂੰ 10 ਬੰਦਿਆ, ਉਦੋਂ ਤੇਰੇ ਨਾਲ ਕੀ ਬਣਦੀ ਹੋਈ? ਆਪ ਜੀ ਨੂੰ ਪਤਾ ਹੈ ਮੱਛਲੀ ਦੇ ਅੰਦਰ ਕਿੰਨੀ ਅੱਗ ਹੈ, ਔਰ ਪਾਣੀ ਦੇ ਵਿੱਚ ਰਹਿੰਦੀ ਹੈ, ਪਾਣੀ ਦਾ ਹੀ ਸਾਹ ਲੈਂਦੀ ਹੈ, ਪਾਣੀ ਅੰਦਰ ਲਿਜਾਂਦੀ ਹੈ ਤੇ ਪਾਣੀ ਹੀ ਬਾਹਰ ਕੱਢਦੀ ਹੈ, ਪਰ ਇੱਕ ਘੁੱਟ ਅੰਦਰ ਨਹੀਂ ਲੰਘਦਾ। ਕਿੱਡਾ ਕਹਿਰ ਹੈ। ਵਿੱਚ ਪਾਣੀ ਦੇ ਰਹਿੰਦੀ, ਠੰਡਕ ਹੈ ਬਾਹਰ, ਕਿੰਨੀ ਠੰਡ ਹੈ, ਪਰ ਉਹਦੀ ਚਮੜੀ ਇੰਨੀ ਕਠੋਰ ਹੈ, ਉਹ ਜਿਹੜੀ ਸਮੁੰਦਰ ਵਾਲੀ ਠੰਡ ਹੈ ਉਹਦੇ ਅੰਦਰ ਨਹੀਂ ਜਾਂਦੀ, ਨਹੀਂ ਜਾਂਦੀ। ਇੰਨੀ ਤੁਸੀਂ ਦੇਖਦੇ ਹੋ ਉਹਦੀ ਚਮੜੀ ਕਿੰਨੀ ਕਠੋਰ ਹੁੰਦੀ ਹੈ।
ਜਿਹੜੇ ਮੱਛਲੀ ਖਾਂਦੇ ਆ ਉਹ ਉੱਤੋਂ ਪਹਿਲਾਂ ਉਹਦੀ ਜਿਹੜੀ ਚਮੜੀ ਹੁੰਦੀ ਹੈ ਉਹਦੇ ਨਾਲ ਨਾਲ ਥੋੜਾ ਥੋੜਾ ਮਾਸ ਵੀ ਲਾਉਂਦੇ, ਉਹਦੀ ਚਮੜੀ ਚੱਬੀ ਨਹੀਂ ਜਾ ਸਕਦੀ, ਬਹੁਤ ਕਠੋਰ ਚਮੜੀ ਹੁੰਦੀ ਹੈ, ਬੜਾ ਲੋਹੇ ਵਰਗੀ। ਪਰ ਇੰਨੀ ਕਠੋਰ ਚਮੜੀ ਦੇ ਬਾਵਜੂਦ ਠੰਡ ਚ ਰਹਿੰਦੀ। ਹੁਣ ਪਾਣੀ ਤੋਂ ਵੱਧ ਠੰਡ ਕਿੱਥੇ ਹੋਏਗੀ? ਫਿਰ ਪਾਣੀ ਦਾ ਹੀ ਸਾਹ ਲੈਂਦੀ ਉਹ, ਪਰ ਅੰਦਰ ਉਹਦੇ ਅੱਗ ਹੈ। ਕਿਤੇ ਖੁਦਾ ਰੱਬ ਦਇਆ ਕਰਦਾ, ਫਿਰ ਜਦੋਂ ਮਛਲੀ ਤੜਪ ਉੱਠਦੀ ਹੈ ਨਾ, ਅੰਦਰੋਂ ਤੜਪ ਉੱਠਦੀ ਹੈ, ਫਿਰ ਉਹ ਪੁੱਠੀ ਛਾਲ ਮਾਰਦੀ ਹੈ। ਪੁੱਠੀ, ਤੁਸੀਂ ਵੇਖਿਆ ਹੋਣਾ ਸਮੁੰਦਰ ਚ ਪੁੱਠੀਆਂ ਛਾਲਾਂ ਵੱਜਦੀਆਂ ਮਛਲੀਆਂ। ਕਈ ਵਾਰੀ ਬਾਹਰ ਆ ਕੇ ਮਾਰਦੀ ਹੈ, ਕਈ ਵਾਰੀ ਪਾਣੀ ਦੇ ਵਿੱਚ ਹੀ ਪੁੱਠੀ ਮਾਰ ਲੈਂਦੀ ਹੈ। ਜਿਹੜੀ ਬਾਹਰ ਆ ਕੇ ਮਾਰਦੀ ਉਹਨੂੰ ਤਾਂ ਅਸੀਂ ਇੰਜੋਏ ਕਰਦੇ ਹਾਂ, ਵੇਖਦੇ ਹਾਂ, ਉਹ ਦੇਖੋ ਮਛਲੀ ਪੁੱਠੀ ਛਾਲ ਮਾਰੀ। ਤੇ ਕਈ ਵਾਰੀ ਉਹ ਪਾਣੀ ਦੇ ਵਿੱਚ ਹੀ ਪੁੱਠੀ ਛਾਲ ਮਾਰਦੀ ਹੈ, ਉਦੋਂ ਇੱਕ ਘੁੱਟ ਪਾਣੀ ਲੰਘਦਾ ਉਹਦੇ ਅੰਦਰ, ਇੱਕ ਘੁੱਟ, ਇੱਕ ਬੂੰਦ। ਬਬੀਹਾ ਗੁਰਬਾਣੀ ਨੇ ਗਵਾਹੀ ਭਰੀ ਹੈ ਜੀ, ਪਿਆਸਾ ਮਰ ਜਾਂਦਾ, ਪਿਆਸਾ ਮਰ ਜਾਂਦਾ, ਜਨਮ ਛੱਡ ਜਾਂਦਾ, ਨਹੀਂ ਪੀਂਦਾ ਛੱਪੜ ਦਾ ਪਾਣੀ, ਨਹੀਂ ਪੀਂਦਾ ਖਾੜੇ ਦਾ ਪਾਣੀ। ਇਹ ਪ੍ਰਮਾਣ ਦਿੱਤੇ ਨੇ, ਉਹਨਾਂ ਜੀਵਾਂ ਨੂੰ ਦੁੱਖ ਹੈ, ਸਾਨੂੰ ਪ੍ਰਮਾਣ ਹੈ। ਜੇ ਪਰਮਾਤਮਾ ਇੱਕ ਕਾਂ ਮਾਰ ਕੇ ਟੰਗਦਾ ਹੈ ਨਾ, ਤੇ ਹਜ਼ਾਰਾਂ ਕਾਵਾਂ ਨੂੰ ਇਹ ਸੋਝੀ ਦਿੰਦਾ ਹੈ। ਆਹ ਦੇਖ ਟੰਗਿਆ ਪਿਆ ਗਿਆ ਕਿਵੇਂ। ਮੰਨ ਲਓ ਇੱਕ ਕੋਈ ਪਰਿਵਾਰ ਸੀ, ਬੜੀ ਜ਼ਿਆਦਤੀ ਕਰਦਾ ਸੀ। ਕੱਲ ਵੀ ਮੈਂ ਕਿਸੇ ਨਾਲ ਬਚਨ ਕਰ ਰਿਹਾ ਸਾਂ ਟੈਲੀਫੋਨ ਤੇ, ਉਹ ਗਿਲਾ ਕਰ ਰਹੇ ਸੀ ਪਰਮਾਤਮਾ ਨਾਲ। ਮੈਂ ਕਿਹਾ ਏਦਾਂ ਗਿਲਾ ਨਾ ਕਰੋ, ਰੱਬ ਨਾਲ ਗਿਲਾ ਨਾ ਕਰ ਬੰਦਿਆ। ਰੱਬ ਨੇ ਤੈਨੂੰ ਬੜੇ ਅਵਸਰ ਦਿੱਤੇ ਨੇ, ਇੱਕ ਇੱਕ ਸਵਾਸ ਤੈਨੂੰ ਅਵਸਰ ਦੇ ਰਿਹਾ, ਉਹ ਇੱਕ ਇੱਕ ਸਵਾਸ, ਇੱਕ ਇੱਕ ਸਾਹ ਉਹਦਾ ਅਵਸਰ ਹੈ। ਬਾਣੀ ਦੀ ਇੱਕ ਇੱਕ ਤੁਕ ਅਵਸਰ ਹੈ। ਤੇਰਾ ਇੱਕ ਇੱਕ ਦਿਨ, ਇੱਕ ਇੱਕ ਪਲ, ਇੱਕ ਇੱਕ ਘੜੀ, ਇੱਕ ਇੱਕ ਮਿੰਟ ਤੈਨੂੰ ਅਵਸਰ ਹੈ। ਜੇ ਨਹੀਂ ਬਦਲ ਰਿਹਾ, ਨਹੀਂ ਤਾਲਾ ਖੁੱਲ ਰਿਹਾ, ਤੇ ਤੇਰੇ ਤੋਂ ਆਪਦਾ ਤਾਲਾ ਨਹੀਂ ਖੁੱਲ ਰਿਹਾ। ਰੱਬ ਦੱਸ ਕੀ ਕਰੇ? ਮਾਰਿਆ ਵੀ ਤੇਰਾ ਤੇ ਖੋਲਣਾ ਵੀ ਤੂੰ ਹੈ। ਰੱਬ ਤੋਂ ਤੈਨੂੰ ਸਾਧਨ ਦੇ ਰਿਹਾ, ਜੰਗਲ ਵਿੱਚ ਫਸੇ ਨੂੰ ਕੱਢ ਰਿਹਾ, ਕੱਢਦਾ ਪਿਆ। ਹੁਣ ਕੀ ਕਰਦਾ ਰੱਬ? ਕੀ ਕਰਦਾ ਪਰਮਾਤਮਾ? ਕੋਈ ਪਰਿਵਾਰ ਸੀ, ਬੜਾ ਰਿਜਕ ਧਨ ਸੀ, ਹੱਸਦਾ ਵਸਦਾ ਪਰਿਵਾਰ ਸੀ। ਪੀੜੀ ਬਦਲੀ। ਜਿਨ੍ਹਾਂ ਨੇ ਧਨ ਕਮਾਇਆ ਵੀ ਨਾ ਹੁੰਦਾ, ਜਿਨ੍ਹਾਂ ਨੂੰ ਕਮਾਇਆ ਕਮਾਈ ਇੱਜ਼ਤ ਸ਼ੋਹਰਤ ਮਿਲ ਜਾਂਦੀ ਹੈ, ਭਾਗਾਂ ਵਾਲੇ ਜੀਵ ਹੁੰਦੇ ਨੇ ਜਿਹੜੇ ਉਹਨੂੰ ਵਧਾਉਂਦੇ ਨੇ, ਅੱਗੇ ਉਹਨੂੰ ਸੰਭਾਲਦੇ ਨੇ, ਉਹਦਾ ਸਦਉਪਯੋਗ ਕਰਦੇ ਨੇ। ਬਹੁਤਾ ਵੇਖਣ ਚ ਆਇਆ, ਦੋ ਪੀੜ੍ਹੀਆਂ ਕਮਾਉਂਦੀਆਂ ਰਹਿੰਦੀਆਂ ਨੇ ਤੇ ਤੀਜੀ ਉਹਨੂੰ ਸਮਾਪਤ ਕਰ ਜਾਂਦੀ, ਖਤਮ ਕਰ ਜਾਂਦੀ, ਸਭ ਕੁਝ ਹੀ ਖਾ ਜਾਂਦੀ ਹੈ। ਪਰ ਭਾਗਾਂ ਵਾਲੇ ਮੈਂ ਕਹਿੰਦਾ, ਜਿਹੜੇ ਪੁਸ਼ਤਦਾਰ ਪੁਸ਼ਤ ਅੱਗੇ ਆਪਦੇ ਵੱਡਿਆਂ ਦੀ ਇੱਜ਼ਤ ਮਾਣ ਵਧਾਉਂਦੇ ਨੇ। ਤੀਜੀ ਪੀੜ੍ਹੀ ਆਈ, ਉਹਨਾਂ ਨੂੰ ਧਨ ਦਾ ਪਤਾ ਨਹੀਂ ਸੀ ਕਿਵੇਂ ਜੋੜਿਆ। ਉਹਨਾਂ ਨੇ ਗੱਡੀਆਂ ਕਾਰਾਂ ਲੈ ਲਈਆਂ, ਰੱਬ ਵੱਲ ਨੂੰ ਥੁੱਕਣਾ, ਹਥਿਆਰ ਲੈ ਲਏ, ਲੋਕਾਂ ਨੂੰ ਦਬਾਉਣਾ, ਮਾਰਾਂ ਧਾੜਾਂ ਕਰਨੀਆਂ, ਕਬਜ਼ੇ ਕਰਨੇ, ਇਲੈਕਸ਼ਨ ਲੜਨੇ, ਬਹੁਤ ਅੱਤ ਕਰ ਦਿੱਤਾ। ਅੱਤ ਤੇ ਖੁਦਾ ਦਾ ਵੈਰ ਹੈ। ਪਰਿਵਾਰ ਚ ਨਸ਼ਾ ਆ ਗਿਆ, ਨਸ਼ਾ ਕਰਦਿਆਂ ਕਰਦਿਆਂ ਹੌਲੀ 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 ਪਹਿਲਾਂ ਧਨ ਖਤਮ ਹੋ ਗਿਆ, ਫਿਰ ਨਸ਼ੇ ਨੇ ਤਨ ਵੀ ਖਤਮ ਕਰ ਹੀ ਦੇਣਾ ਸੀ ਇੱਕ ਦਿਨ। ਇੱਕ ਖੰਡਰ ਬਣ ਗਿਆ ਮਕਾਨ। ਜਿਹੜੀ ਕੋਠੀ ਵਿੱਚ ਕਦੇ ਚਹਿਲਾਂ ਬਹਿਲਾਂ ਹੁੰਦੀਆਂ ਸੀ, ਕਿਸੇ ਟਾਈਮ ਦਾਦੇ ਨੇ ਤੱਤਾ ਤੱਤਾ ਕਰਕੇ, ਜੋਗਾਂ ਦੀ ਬਲਦਾਂ ਦੀ ਵਾਹੀ ਕਰਕੇ, ਪੈਸਾ ਕਮਾ ਕੇ, 3-3 4-4 ਵਜੇ ਹਲ ਜੋੜ ਕੇ ਜਿਸ ਦਾਦੇ ਨੇ ਉਹ ਘਰ ਬਣਾਇਆ ਸੀ ਨਾ, ਜਿਹਦੀ ਮਿਹਨਤ ਨਾਲ ਉਹ ਬਣਿਆ ਸੀ, ਉਹ ਘਰ ਖੰਡਰ ਬਣ ਗਿਆ। ਉਹ ਘਰ ਖੰਡਰ ਬਣ ਗਿਆ ਤੇ ਕੋਲੋਂ ਕੋਈ ਲੰਘਿਆ, ਕੋਈ ਸਤਪੁਰਸ਼ ਵੀ ਸੀ, ਕੋਈ ਸੰਗਤ ਵੀ ਸੀ। ਕਹਿੰਦੇ ਜਾਣ ਮਹਾਰਾਜ ਜੀ, ਇਹ ਘਰ ਖੰਡਰ ਬਣ ਗਿਆ। ਰੱਬ ਨੇ ਬੜਾ ਕਹਿਰ ਕੀਤਾ, ਇੱਕ ਬੰਦਾ ਵੀ ਨਹੀਂ ਛੱਡਿਆ ਇੱਥੇ, ਇੱਕ ਜੀ ਛੱਡ ਦਿੰਦਾ। ਦੀਵਾ ਜਗਦਾ ਰਹਿ ਜਾਂਦਾ, ਉਹਨਾਂ ਲੋਕਾਂ ਦੀ ਕਮਾਈ ਨੂੰ ਛੱਡ ਦਿੰਦਾ ਜਿਨ੍ਹਾਂ ਲੋਕਾਂ ਨੇ ਮਿਹਨਤ ਨਾਲ ਬਣਾਈ ਸੀ।
ਸਤਿਪੁਰਸ਼ ਕਹਿੰਦੇ ਨਹੀਂ ਭਾਈ, ਉਹ ਸੱਤ ਜਿਨ੍ਹਾਂ ਨੇ ਬਣਾਈ ਸੀ ਉਹਨਾਂ ਦਾ ਤਾਂ ਕਿਤੇ ਨਾ ਕਿਤੇ ਅੱਗੇ ਜਨਮ ਹੋ ਗਿਆ ਹੋਏਗਾ, ਲੇਖੇ ਲੱਗ ਗਏ ਹੋਣਗੇ। ਇਹ ਹੁਣ ਇਉਂ ਜਾਣੋ ਜਿਵੇਂ ਆਪਾਂ ਹਜ਼ਾਰਾਂ ਕਾਵਾਂ ਨੂੰ ਭਜਾਉਣ ਵਾਸਤੇ, ਗਿਆਨ ਦੇਣ ਵਾਸਤੇ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ ਇੱਕ ਕਾਂ ਮਾਰ ਕੇ ਟੰਗ ਦਿਓ 100 ਨੂੰ ਗਿਆਨ ਹੋ ਜਾਏਗਾ। ਇਹ ਰੱਬ ਨੇ ਇੱਕ ਕਾਂ ਮਾਰ ਕੇ ਟੰਗਿਆ ਪਿਆ, ਹਜ਼ਾਰਾਂ ਨੂੰ ਗਿਆਨ ਹੋ ਜਾਏਗਾ। ਉਹ ਜੇ ਅਸਮਾਨ ਵੱਲ ਥੁੱਕੋਗੇ ਤੇ ਥੁੱਕ ਮੁੜ ਕੇ ਆ ਕੇ ਤੁਹਾਡੇ ਆਪਣੇ ਮੂੰਹ ਤੇ ਪਏਗੀ, ਮੂੰਹ ਤੇ ਪਏਗੀ। ਇੱਕ ਨੂੰ ਉਜਾੜਿਆ, ਹਜ਼ਾਰਾਂ ਨੂੰ ਗਿਆਨ ਦਿੱਤਾ ਕਿ ਜੇ ਤੁਸੀਂ ਐਸਾ ਕਰੋਗੇ, ਪਰਮਾਤਮਾ ਧਨ ਦਿੰਦਾ, ਰਿਜ਼ਕ ਦਿੰਦਾ, ਹੁਸਨ ਦਿੰਦਾ ਹਟਾਉਣ ਨੂੰ। ਇਬਾਦਤ ਕਿਤੇ ਨਾ ਕਿਤੇ ਉਸ ਪਰਿਵਾਰ ਦੇ ਵਿੱਚ ਬੰਦਗੀ ਵਾਲੇ, ਇਬਾਦਤ ਵਾਲੇ ਕੋਈ ਸਤਿਪੁਰਸ਼ ਹੋਏ ਹੁੰਦੇ ਨੇ, ਜਿਨ੍ਹਾਂ ਦੇ ਭਾਗਾਂ ਨੂੰ ਉਹਨਾਂ ਦੀ ਵੇਲ ਵੱਧਦੀ ਏ, ਉਹਨਾਂ ਅਸੀਸਾਂ ਲਈਆਂ ਹੁੰਦੀਆਂ ਨੇ ਜੀਵਾਂ ਦੀਆਂ, ਗਰੀਬਾਂ ਦੀਆਂ, ਲੋੜਵੰਦਾਂ ਦੀਆਂ। ਅਗਲਾ ਕਹਿੰਦਾ ਜਾ ਸਰਦਾਰਾ ਤੇਰੀ ਵੇਲ ਵਧੇ, ਤੇਰੇ ਪੁੱਤ ਪੋਤਰੇ ਸੋਨੇ ਦੀ ਥਾਲੀ 'ਚ ਰੋਟੀ ਖਾਣ। ਉਹਨਾਂ ਕਮਾਈਆਂ ਕੀਤੀਆਂ ਹੁੰਦੀਆਂ ਤੇ ਤਾਂ ਜਾ ਕੇ ਪੁੱਤ ਪੋਤਰੇ ਸੋਨੇ ਦੀ ਰੋਟੀ 'ਚ, ਥੋਨੇ ਦੀ ਥਾਲੀ 'ਚ ਰੋਟੀ ਖਾਂਦੇ ਨੇ। ਇਸ ਕਰਕੇ ਨਹੀਂ ਹੁੰਦਾ ਲੈ ਕੇ ਹਥਿਆਰ ਤੇ ਲੋਕਾਂ ਨੂੰ ਡਰਾਉਣਾ, ਲੈ ਕੇ ਸ਼ਕਤੀਆਂ ਤੇ ਦੂਜਿਆਂ ਨੂੰ ਡਰਾਉਣਾ, ਤਾਕਤ ਪ੍ਰਾਪਤ ਕਰਕੇ ਮਾੜੇ ਨੂੰ ਦਬਾਉਣਾ। ਇਹ ਸ਼ਕਤੀ ਈਸ਼ਵਰੀ ਇਸ ਕਰਕੇ ਨਹੀਂ ਹੁੰਦੀ। ਇਸ ਚੱਕਰਵਿਊਹ ਦੇ ਵਿੱਚ ਕੋਈ ਵੀ ਹੋਵੇ, ਆਮ ਬੰਦਾ ਹੋਵੇ, ਸੰਤ ਹੋਵੇ, ਭਗਤ ਹੋਵੇ, ਗਿਆਨੀ ਹੋਵੇ, ਕਿਸੇ ਵੀ ਧਰਮ ਦਾ, ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਪਾਦਰੀ ਹੋਵੇ, ਕੋਈ ਵੀ ਹੋਵੇ, ਜਿਹੜਾ ਇਸ ਚੱਕਰਵਿਊਹ ਦੇ ਵਿੱਚ ਆ ਗਿਆ, ਜਿਹਨੇ ਇਹ ਗੁਨਾਹ ਕਰ ਲਿਆ, ਉਹਦਾ ਰੱਬ ਨੇ ਕਾਂ ਬਣਾਉਣਾ ਹੀ ਬਣਾਉਣਾ, ਉਹਦਾ ਬਣਾਉਣਾ ਹੀ ਬਣਾਉਣਾ, ਉਹਨੂੰ ਟੰਗਣਾ ਹੀ ਟੰਗਣਾ, ਉਹਨੂੰ ਨਹੀਂ ਬਖਸ਼ਣਾ। ਹੁਣ ਇਹ ਜੰਗਲ ਦੇ ਵਿੱਚ ਜੀਵ ਫਸ ਗਿਆ। ਇਹ ਜੰਗਲ ਕਿਹਨੇ ਬਣਾਇਆ? ਇਹ ਜਿਹੜਾ ਜੀਵ ਨੂੰ ਜਿੰਦਰਾ ਵੱਜ ਗਿਆ ਜੰਗਲ ਦਾ, ਬੁਰਾਈ ਦੇ ਵਿੱਚ ਫਸ ਗਿਆ। ਆਪਾਂ ਗੁਰੂ ਕੀ ਬਾਣੀ ਨੂੰ ਪੁੱਛੀਏ, ਮਹਾਰਾਜ ਜੀ ਇਹ ਜੰਗਲ ਸਾਡਾ ਹੈ ਜਾਂ ਸਾਡੇ ਕਿਸੇ ਨੇ ਬੀਜ ਦਿੱਤਾ ਹੈ? ਮੈਂ ਸੰਸਾਰ ਵਿੱਚ ਘੁੰਮਦਾ, ਮੈਨੂੰ ਕਦੇ ਕੋਈ ਐਸਾ ਬੰਦਾ ਨਹੀਂ ਮਿਲਿਆ ਜਿਹੜਾ ਇਹ ਕਹਿੰਦਾ ਹੋਵੇ ਮਹਾਰਾਜ ਜੀ ਇਹ ਮੇਰੇ ਆਪਦੇ ਹੀ ਗੁਨਾਹ ਨੇ, ਇਹ ਮੇਰੀਆਂ ਆਪਦੀਆਂ ਹੀ ਗਲਤੀਆਂ ਨੇ ਜਿਨ੍ਹਾਂ 'ਚ ਮੈਂ ਫਸਿਆ ਪਿਆ। ਹਰ ਬੰਦਾ ਕਹਿੰਦਾ ਮੈਨੂੰ ਕਿਸੇ ਨੇ ਕੁਛ ਕਰ ਦਿੱਤਾ ਹੈ, ਮੇਰੇ ਸ਼ਰੀਕੇ ਨੇ ਥੱਲੇ ਲਾ ਦਿੱਤਾ ਹੈ, ਮੇਰੇ ਰਿਸ਼ਤੇਦਾਰਾਂ ਨੇ ਥੱਲੇ ਲਾ ਦਿੱਤਾ ਹੈ, ਮੈਨੂੰ ਨਜ਼ਰ ਲਾ ਦਿੱਤੀ ਹੈ, ਮੇਰੇ ਬਿਜ਼ਨਸਮੈਨ ਜਿਹੜੇ ਨਾਲ ਲੋਕ ਸੀ ਉਹ ਮੈਨੂੰ ਥੱਲੇ ਲਾ ਗਏ, ਮੇਰੇ ਆ ਹੋ ਗਿਆ, ਮੈਨੂੰ ਫਲਾਣੇ ਨੇ ਮਦਦ ਨਹੀਂ ਕੀਤੀ, ਉਹ ਨਹੀਂ ਕੀਤੀ। ਬੰਦਾ ਦੂਜਿਆਂ ਤੇ ਸਿੱਟਦਾ ਆਪਦੀ ਗਲਤੀ। ਬਾਣੀ ਕਹਿੰਦੀ ਦੱਦਾ ਦੋਸ਼ ਨਾ ਦਓ ਕਿਸੈ, ਦੋਸ਼ ਕਰਮਾ ਆਪਣਿਆ। ਬਾਣੀ ਕਹਿੰਦੀ ਨਾ ਦੇ ਦੋਸ਼, ਇਹ ਤੇਰਾ ਦੋਸ਼, ਜੋ ਬੀਜੈ ਸੋ ਲੂਣੈ, ਕਰਮਾ ਸੰਦੜਾ ਖੇਤ। ਉਹ ਕਹਿੰਦੇ ਤੇਰੇ ਹੀ ਬੀਜ ਪਾਇਆ ਹੋਇਆ, ਤੇਰਾ ਹੀ ਬੀਜ ਪਾਇਆ ਹੋਇਆ। ਇਹ ਹੁਣ ਕਾਲਾ ਪੀਲਾ ਨੀਲਾ ਹੋ ਕੇ ਉਗਦਾ ਪਿਆ, ਵੱਡੇ ਵੱਡੇ ਦਰਖਤ ਬਣ ਗਏ ਨੇ। ਉਸ ਦਰਖਤ ਨੂੰ ਕੰਡੇ ਲੱਗ ਲੱਗ ਕੇ ਲੱਗ ਲੱਗ ਕੇ ਲੱਗ ਲੱਗ ਕੇ ਇਉਂ ਹੋ ਗਿਆ ਜਿਵੇਂ ਸਾਰੀ ਜ਼ਮੀਨ ਭਰ ਗਈ ਹੈ ਕੰਡਿਆਂ ਨਾਲ, ਕਿਸੇ ਬੰਨੇ ਰਾਹ ਨਹੀਂ ਨਿਕਲਦਾ ਪਿਆ। ਹੁਣ ਨਿਕਲੇਗਾ ਕਿਵੇਂ? ਨਿਕਲੇਗਾ ਜਿਸ ਬੁੱਧੀ ਨੇ, ਜਿਸ ਅਕਲ ਨੇ, ਜਿਸ ਸੋਝੀ ਨੇ, ਜਿਸ ਚੇਤਾ ਸ਼ਕਤੀ ਨੇ ਕਰਮ ਬਣ ਕੇ ਇਹ ਬੀਜ ਬੀਜਿਆ ਸੀ ਨਾ, ਉਹੀ ਇਹ ਬੀਜ ਤੋਂ ਕੱਢੇਗਾ। ਉਹੀ ਚੇਤਾ ਸ਼ਕਤੀ, ਉਹ ਗਿਆਨ ਹੀ ਕੱਢੇਗਾ, ਉਹ ਸੋਝੀ ਕੱਢੇਗਾ। ਚਾਹੇ ਹੁਣ ਜਾਣੇ ਚ ਹੋ ਗਿਆ, ਚਾਹੇ ਜਾਣੇ ਚ ਹੋ ਗਿਆ,
पर कढ़ेगी हुण अकल बुद्धि। इस करके मैं कहना हुन्ना कि जो ब्रह्म ज्ञान का सिरा बोध है, ज्ञान है, सोची असी अपने आप नाल जुड़ते हैं, बंदगी करते हैं, सिमरन करते हैं, बाणी पढ़ते हैं, वेदां ते शास्त्रां दा अध्ययन करते हैं। इहदा सिट्टा की होना चाहिए? सानू बोध होना चाहिए, सानू ज्ञान होना चाहिए, सानू सोझी होनी चाहिए, साडी सुजगता जागना, पल पल जागना, सुतियां भी जागना, बेहोशी नू खत्म करना, सुसुक्ति नू खत्म करना, सुजगत रहना, हर वेले सुजगत रहना। नींद दे विच सुपना भी बुरा ना आ जाए, इन्ना सुजगत रहना। ये ब्रह्म ज्ञानी की अवस्था है, सुजगत रहना। पर तुसी पहला जागदे सुजगत रहो, जागदे ज्ञान लो, बाणी तो रस्ता लो। गुरु की बाणी की कह रही है, शास्त्र ते वेद की कह रहे हैं? कहते ने तू फस गया है, हुण तू सोझी लै, ज्ञान लै, धर्म का सहारा लै, किसी धर्म गुरु का सहारा लै, किसी संत का सहारा लै, किसी सतपुरुष का सहारा लै, वो किसी महात्मा का सहारा लै। ये जिहड़ा ताला मार के भुल गया है, ये ताले का कोई ना कोई कलाकार लभ, कोई ना कोई ताले का मास्टर लभ, जिहड़ा तेनू जुगती देवे, तेनू दसे एक किधर नू केड़ी कला घूमेगी ते ताला खुल जाएगा। ये नहीं हुंदा ताले की चाबी गुम हो गई ते हुण ओ कदे मंदिर, ओ महल, ओ गड्डी, ओ घर कदे खुलेगा नहीं। जदों ताला खोलण वाला आ जाए, तुसीं वेखिआ तुहाडीआं चाबियां कई वारी गुम होईआं होणगीआं, जदों ताला खोलण वाला आ जाए फिर वो मिनट एक ही लाउंदा आपदी कला नाल, टक टक दो वारी टक टक जी करदा ते तीजी वारी खोल के और सुट जांदा। ये ताला किनू खोलना आंदा है? जन्म जन्म की मल लगदा। ये ताला खोलना आंदा है गुरु नू। गुरु ग्रंथ साहब महाराज की बाणी है, ताला खोल दिए, कहंदी भलिया माड़ा बीज बैठा है, मैला हो गया है, चिकड़ चो फस गया है, बुरा हो गया है, ये बुराई तो बाहर आ। महाराज जी किवें आवां, किवें आवां? लेवा देवी ता बनाओ ना थोड़ी जी बाणी नाल, थोड़ी जी संतां नाल नेड़ता ता बनाओ, लेना देना ता बनाओ, थोड़ा जिहा नेड़े ता आओ संतां दे। तुसीं तो दूर दूर रहंदे हो, संतां तो डरदे हो, क्यों भाई? संत वचन करदे ने, तुसीं आने रोज ही आ जाते हैं वचन करन, तुम तो डरते हो। डरने से बात कैसे चले? जब संत बोलता है ना, जब संत बात करता है, जब संत वचन करता है, वो वचन से ही आपके करोड़ों दुख काट देता है। वचन से, संत के वचन परमात्मा भी नहीं मोड़ता, साध वचन अटलादा। क्या अटलादा? उन कोई अटक ही नहीं है। संत के वचन को कोई रोकने वाला पैदा ही नहीं होया। खुद मालिक, खुद परमेश्वर भगवान, उन्हें क्या है, ओ मैं बन गया ते एक दुनिया ते छड़ाउण वाला हैगा। की कहंदे? भगवान कहंदा, भगवान कहंदा मैं किसे नू बन दियां, मैं किसे दे जीवन नू बन दियां, किसे नू सजा दे दियां, किसे दा फैसला सुना दियां माड़ा जा चंगा। मेरे फैसले नू बदलन वाला दुनिया ते तुरिया फिरदा है, दुनिया ते हैगा। पर एक ऐसा है जिहदी बन्नी मैं भी नहीं छड़ सकता। खुदा कहंदा है, रब कहंदा है, अल्लाह कहंदा है, इस सृष्टि का मालिक कहंदा है। की कहंदा है? कहंदा मैं भगत दी बन्नी नहीं छड़ सकता, मैं संत दी बन्नी नहीं छड़ सकता, मैं संत दे वचन नू नहीं टाल सकता। संत जो कह देगा वो हमें करना पड़ेगा, वो हमें
करना पड़ेगा। संत से डरो नहीं, संत से डरो नहीं, संत को समझो, संत को समझो, महात्मा को समझो, संत को समझो, महात्मा को समझो। महात्मा क्या है, कहां बात कर रहा है महात्मा? महात्मा की रमज क्या है? महात्मा तुम्हारा ताला खोल रहा है, तुम्हें जीवन जुगत दे रहा है। जिस समस्या में समय ने आपको, जिस समस्या में समा आपको फंसा रहा है, जिस समस्या में तुम्हारे दुश्मन तुम्हें फंसा रहे, जो कलजम तुम्हें निगलने की प्लानिंग बना रहा है, काटते काट रहा है, संत उसमें से आपको निकाल रहे हैं। अरे संत तो तीर्थों पे, मंदिरों पे, डेरों पे जाओ, संत आज वहां नहीं मिल रहे। जिसके घर संत आए वो समझ ना पाए, अफसोस, 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 बहुत अफसोस। समझो संत को। किसी आदमी को कहीं से हीरे मिल गए, हीरे, कथा लंबी है, छोटी बनाता, उसको छोटी करके सुनाता। किसी आदमी को हीरे मिल गए, वो हीरे लेके गठड़ी में, छोटी सी में, पोटली में ले आया। घर आके बच्चों को बोला, ये हीरे मिले हैं, किसी मुझे कोई संत साधु जा रहा था, बोला तुम गरीब हो, ये हीरे ले जाओ, एक हीरा बेच लिया करो, एक हीरे से आपका साल का निर्वाह हो जाएगा। 1 साल तक आपका रोटी पानी खाना हो जाएगा, घर भी बना लेना, अगले साल फिर एक दे देना। वो जब घर लाया तो बेचारा रोज 5-4 रुपए कमा के लाता था, कई बार खाली आ जाता था, काई था, घाह खोदता था, मंडी में बेचता था, कभी पैसा लगता था, कभी नहीं लगता था। वो जब आके दिए तो उसकी घरवाली को जब दिए तो घरवाली ने चला के मारा, कहने लगी आज घास नहीं बिका होगा, आज घास बिका नहीं होगा, पैसा कोई बना नहीं होगा, तो मुझे तू बहला फुसला रहा है। तू और हीरे, तेरे को देगा रब हीरे, तेरे को देगा साधु हीरे, चल। अरे चल, जो रूखी मिसी बनी चुप करके खा ले। उठा के मार दिए, बार फेंक दिए। अब घर वाला भी इतना ज्यादा सासी नहीं था जो उसको बोले इधर पकड़ा, नहीं लेने तो वो भी कहता जी ठीक है, रोटी तो खानी है शाम को, इसने फेंक दिए तो मैं अब उठाने चला जाऊं, ये तो शाम को रोटी नहीं देगी मेरे को, आके कि तू हीरे ही खा रात को आज। वो चुप करके बैठ गए। बाहर से कोई गांव का पड़ोसी जा रहा था, तो वो किसी धार्मिक जगह से आया था, तो वहां अरदास करके आया था, परमात्मा तेरी क्या कमी है, तू तो चाहे तो आसमान से भी हीरे गिरा सकता है, सोना गिरा सकता है, क्या तेरे पास क्या नहीं है, तू कृपा कर आज मुझे आसमान से ही फेंक। वो करता जा रहा है। वो जब गली से जा रहा तो एकदम टक हुई, उसने जब देखा कुछ गिरा, जब उसने गिरा तो उसने उठा लिया। वो जब उठा लिया, उठा के उसने भरोसा था, वो कहने लगा भी हमारे गांव में तो ऐसी चीज मिल ही नहीं सकती, हमारे तो यहाँ कहीं
आस पड़ोस में ऐसे कांच के टुकड़े नहीं इतने तराशे हो सकते। ये वाकई भगवान ने तो, ये तो हमारे कभी देखी नहीं हमने ऐसी चीज, ऐसे पत्थर ऐसा कभी हुआ ही नहीं। ये है तो है, मेरी मालिक ने सुन ली है, मेरी मालिक ने सुन ली है। जब उसने हीरे उठाए उन्हें चारों तरफ ना मथा टेका, चारों तरफ मथा टेका, कहना भागा वाली जगह है, यहाँ जरूर कहीं ना कहीं नजदीक भगवान रहता होगा, इस जगह के नजदीक भगवान रहता होगा, जो यही जगह चुनी भगवान ने मुझे हीरे देने के लिए। और नमस्कार कर, नमस्कार करके ले गया। बात छोटी करें, जाके जब एक हीरा बाजार में ले गया, मुंह मांगा दाम मिल गया, अमीर हो गया। अमीर होने के बाद तब गाड़ियां नहीं थी, तब घोड़े रथ होया करते थे। घोड़े रथ लेके उस जगह पे हर साल आया करे और उसे नमस्कार करके उस इलाके पूरा कुछ ना कुछ वंडिया करे, दिया करे, कुछ ना कुछ करे। जहां जिस दरवाजे से उसको हीरे मिले थे, जिसके बाद उनको थोड़ा बहुत दे जाया करे, उनको थोड़ा बहुत दे जाया करे कि यहाँ कहीं ना कहीं भगवान गुप्त रहता है, और सबको नमस्कार करके जाया करे थे भगवान गुप्त रहता है। तो उसको पूछने लगे एक दिन वही बंदा, भी तू भाई इतना अमीर बंदा है, यहाँ हर साल आता है, इस गली में कोई मंदिर नहीं, गुरुद्वारा नहीं, चक्कर क्या है? कहता तुम्हारे यहाँ भगवान रहता है। वो कहता वो कैसे? कहता एक दिन मैं यहाँ से जा रहा था तो मेरे को यहाँ भगवान से, इस रोड से जब जा रहा था तो यहाँ मैं भगवान की श्रद्धा में उसके गीत गाता जा रहा था। गरीबी बड़ी थी मेरे, मैं अरदास करता जा रहा था, परमात्मा तू तो हर जगह पे कृपा कर, जब तू देता है छप्पर पाड़ के देता है, आज तू छप्पर ही पाड़ दे। तो परमात्मा ने यहाँ छप्पर पाड़ दिया, मुझे हीरों की गुठली मिल गई। कहना एक हीरे ने मेरा जन्म सवार किया, मत्थे पे हाथ मारे, घर वाली को बताया जाए क्या बनता है जब चिड़िया चुग गई खेत, खेत क्या बनता है? पीछे तो पछतावा ही आता है और कुछ नहीं रहता, पछतावा ही रहता है। जिंदगी में रोज एक्सीडेंट नहीं होते, रोज घटना नहीं होती, जो घटना होती है कभी कभी घटती है, कभी कभी। उस समय वास्ते परमात्मा हमें कहते हैं कि तुम तत्पर रहो, उद्यम करते रहो, चलते रहो, मेहनत करते रहो। एक दिन ऐसा आएगा, ऐसा निशाना लगेगा, जिंदगी पार हो जाए, पार हो जाए, पार हो जाए। सारी मेहनत, बचपन से लेके करी हुई मेहनत, रातें, पसीना, इज्जत, बेइज्जती जितनी भी सारी है, उस दिन वो मेडल बन के गले में पड़ जाएगी। दुनिया देखेगी, दुनिया देखेगी। उस दिन पता लगेगा जो मैं इस काम के लिए संतों की, महात्मा की, अपनों की, घर की जो मैं चिढ़का सहता रहा, आज वो मेरा मेडल मेरे गले में पड़ गया, पड़ गया। अरे संत की चिड़क भी, संत का दबकना भी, संत का दुर्कारना भी मेडल से कम नहीं होता, मेडल से कम नहीं होता। तुम किसी बार वाले को ओए कह सकते हो? नहीं कह सकते ना, बार वाले को ओए नहीं कह सकते। जब भी कहोगे अपने को कहोगे, अपने को। जिसे कुछ देना होगा उसको बोलोगे तेरे को मैं कुछ नहीं दूंगा, इसका मतलब ये कुछ देगा।
अगर इसने देना ही ना होता तो ये मुझे ये क्यों बोलता मैं तुझे कुछ नहीं दूंगा। अगर कोई कह रहे मैं तेरे को गिरा दूंगा, इसका मतलब वो उठाएगा, इसका मतलब वो उठाएगा। उसके गिराने के पीछे उठाना है, उठाएगा। बात समझो, जुगती समझो। जब बच्चा बड़ी क्लास में चला जाए फिर उसका हाथ पकड़ के ऊड़ा एड़ा ABC नहीं लिखाते, तब उसको इशारे समझने पड़ते हैं। जब विद्या महंगी हो जाए, ऊंची हो जाए, तो डॉक्टर कहता नहीं नर्स को ऑपरेशन करते करते मुझे कैंची पकड़ाओ, मुझे सुई फड़ाओ, मुझे ये फड़ाओ, ऑपरेशन करना है। उसको खुद पता होता है मेरे बॉस को, मेरे डॉक्टर को क्या चाहिए। वो अपने आप ही चुप के एक एक औजार उसको देते रहते हैं जो उसके साथ वाले होते हैं। समझ रखो, जो आप संत साधु की शरण में रहते हो तो समझ रखो हमारे संत, हमारे बड़े, हमारे बुजुर्ग हमसे क्या मांग रहे हैं, क्या चाह रहे हैं, इनके अंदर क्या है, ये में क्या देना चाह रहे हैं। हम बर्तन नहीं कर रहे, ये डालना चाह रहे हैं उसमें कुछ। हम बर्तन नहीं कर रहे, हम चोरी नहीं कर रहे, ये उसमें डालना चाह रहे हैं कुछ। तो संत की शरण में आओ। संत जब देता है, जब भगवान देता है, छप्पर फाड़ के देता है। रो विचार बात चल रही थी कि एक भगवान है, ओदा फैसला दुनिया ते अटल है। वो कहता मेरे फैसले नू कोई नहीं मोड़ सकता, पर वो कहता एक मेरे तो भी बड़ा है जिहदे फैसले नू मैं भी नमस्कार करदा। वो कौन है? वो है संत, वो है साधु, वो है ब्रह्म ज्ञानी, वो है गुरु का प्यारा, वो है गुरु का लाल, वो है गुरु का सेवादार, वो है तुहाडे सारियां दा भला मंगण वाला महात्मा। महात्मा ये सरकार होंदे ने, राजे होंदे ने, लोग रहंदे गुदड़ियां च ने भावें, अरे ये बड़े महान होंदे ने। हुण आपां विचार कीती सी बंदा फस गया, किवें निकलना है, किवें निकलना है। जन्म जन्म की मन लग फिरत प्रभ आया, परया तो शरण आए। जदों जीव आत्मा ये अरदास कर दी है कि महाराज जी फस गया, भावें दुनिया च घूमदा फिरदा फस क्यों गया? जिंदरा वज गया, जंगल च फस गया, कंडे ही कंडे ने, राह कोई नहीं मिल रहा, होर जंगल विच फस गया। फिर अरदास करदा, उत्थे बेनती करदा। गुरबाणी फिर राह दसदी है, कहंदी पुकार पुकार केसो केसो कुकी है। वो कबू तो सुने पुकार, कहंदा कुकी जा कुकी जा कुकी जा कुकी जा। कदे तक कोई नंगेगा उत्तों, कदे तक नंगेगा उत्तों। ये असूल है फौज दा। कोई जंगल दे विच, कोई समुंदर दे विच उन्हां दा कोई बंदा घिर जाए, वो जाता लाल कपड़ा बन के उच्चा सारा बन देंदे ने, लाल कपड़ा भी इत्थे कोई बंदा हैगा। जे उन्हां कोल कोई चानण होवे तो चानण जगा देंदे ने भी उतों कोई जहाज हेलीकॉप्टर या कोई होर साधन नंगे पता लग जाए इत्थे हैगा। ते जिहड़ा कोई जीव फस गया जंगल च, ओदा केड़ा निशानी है जी? वो कूके, वो कूके। कूकना किवें है? पुकार करे, पुकार करे। किदां दी पुकार करे? हे परमात्मा, हे महाराज, बहुत जन्म बिछड़े थे माधो, बड़े जन्मां दा विछड़िया, ये मैल लग गई है, महाराज जी कृपा करो, गरीब नवाज कृपा करो, कोई अपनी सरकार संत सतपुरुष मिलाओ जो मैनू इस जंगल चों कढे। फिर तुरदे फिरदे किसी संत नाल भेंट हो जाती है, फिर सतगुर बिध बनाउंदा है, बिध बनाउंदा है।
ਉਹ ਵਿਧ ਨਾਲ ਫਿਰ ਕੋਈ ਸਤਿਪੁਰਸ਼ ਮਿਲਦਾ, ਉਹਦੇ ਨਾਲ ਸਤਿਪੁਰਸ਼ ਮਿਲਦਾ। ਉਸ ਵਿਧ ਨਾਲ ਕੋਈ ਕਰਮ ਫੁੱਟਦਾ, ਕੋਈ ਚੰਗਾ ਕਰਮ ਅੰਕੁਰ ਫੁੱਟਦਾ, ਉਹਦੇ ਵਿੱਚੋਂ ਫਿਰ ਸਤਿਪੁਰਸ਼ ਦੀ ਪ੍ਰਾਪਤੀ ਹੁੰਦੀ ਹੈ। ਫਿਰ ਮਨ ਨੂੰ ਬੰਦਾ ਜਦੋਂ ਆਪਣੇ ਮਨ ਨੂੰ ਇਹ ਗੱਲ ਕਹਿੰਦਾ ਹੈ, ਇਹ ਮਨੋ ਮੂਰਖ ਲੋਭੀਆ ਲੋਭੇ ਲਗਾ ਲੁਭਾਣ। ਕਹਿੰਦਾ ਤੂੰ ਫਸਿਆ ਕਿਵੇਂ ਹੈ? ਆਪਣੀਆਂ ਗਲਤੀਆਂ ਕਰਕੇ, ਲੋਭ ਕਰਕੇ। ਇਹੀ ਵਗਿਆ ਹੋਈ ਨਾ, ਕਿਤੇ ਨਾ ਕਿਤੇ ਪੰਜਾਂ 'ਚ ਬਹਿ ਗਿਆ। ਦਿੱਤੀ ਸੀ ਅੱਗ, ਲੈ ਇਹਦੇ ਤੇ ਆਪਣਾ ਭੋਜਨ ਬਣਾ ਕੇ ਖਾ ਲਈ, ਇਹਦੇ ਨਾਲ ਚਾਨਣ ਕਰ ਲਈ, ਇਹਦੇ ਨਾਲ ਠੰਡ 'ਚ ਸੇਕ ਲਈ, ਤੇ ਉਹ ਅੱਗ ਨਾਲ ਘਰ ਸਾੜ ਕੇ ਬਹਿ ਗਿਆ। ਇਹ ਵਿਚਾਰ ਆਪਾਂ ਫੇਰ ਕਦੇ ਕਰਾਂਗੇ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤਿੰਨ ਸਾਧਨ ਨੇ। ਇਹ ਪੰਜ ਸਾਧਨ ਨੇ ਜ਼ਿੰਦਗੀ ਨੂੰ ਜੀਣ ਦੇ, ਪਰ ਇਹਨਾਂ 'ਚ ਬੰਦਾ ਗ੍ਰਸਤ ਕਿਵੇਂ ਹੋ ਗਿਆ? ਇਹਦੇ ਵਿੱਚ ਬੰਦਾ ਖਚਤ ਕਿਵੇਂ ਹੋ ਗਿਆ? ਕਹਿੰਦੇ ਇਹ ਮਨੋ ਮੂਰਖ ਲੋਭੀਆ ਲੋਭਿਆ ਲਗਾ ਲੁਭਾਨ। ਇਹ ਮਨ ਮੂਰਖ ਲੋਭੀਆ ਲੋਭੇ ਲਗਾ ਲੁਭਾਨ। ਸ਼ਬਦ ਨ ਪੀਜੈ ਸਾਕਤਾ ਦੁਰਮਤ ਆਵਨ ਜਾਨ। ਕਹਿੰਦਾ ਫਸ ਗਏ, ਮਾੜੀ ਮੱਤ ਦੇ ਜੰਗਲ ਵਿੱਚ ਫਸ ਗਏ। ਜੰਗਲ ਕਿਹੜਾ ਹੈ? ਮਾੜੀ ਮੱਤ ਦਾ। ਸੋਝੀ ਨਹੀਂ ਆਉਂਦੀ ਪਈ, ਗਿਆਨ ਹੀ ਨਹੀਂ ਆਉਂਦਾ ਪਿਆ, ਸਜ਼ਾ ਭੋਗੀ ਜਾ ਰਿਹਾ। ਮਨ ਦੇ ਵਿੱਚ ਕੋਈ ਐਸਾ ਪਲੈਨਿੰਗ ਹੀ ਨਹੀਂ ਆ ਰਹੀ, ਕੋਈ ਐਸਾ ਫਾਰਮੂਲਾ ਹੀ ਨਹੀਂ ਆ ਰਿਹਾ ਵੀ ਮੈਂ ਇਸ ਕਿਲੇ ਨੂੰ ਤੋੜ ਕੇ, ਇਹ ਬੁਰਾਈ ਨੂੰ ਤੋੜ ਕੇ ਮੈਂ ਇਹਦੇ ਵਿੱਚੋਂ ਨਿਕਲ ਜਾਵਾਂ। ਕੋਈ ਫਾਰਮੂਲਾ ਹੀ ਸੈੱਟ ਨਹੀਂ ਆ ਰਿਹਾ। ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਐ ਗੁਣੀ ਨਿਧਾਨ। ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਐ ਗੁਣੀ ਨਿਧਾਨ। ਇਹ ਮਨੋ ਮੂਰਖ ਲੋਭੀਆ ਲੋਭੇ ਲਗਾ ਲੁਭਾਨ। ਕਹਿੰਦੇ ਇਹਦੇ ਵਿੱਚੋਂ ਨਿਕਲਣ ਦਾ ਇੱਕੋ ਇੱਕ ਤਰੀਕਾ ਹੈ, ਉਹ ਤਰੀਕਾ ਹੈ ਕਿਸੇ ਸਾਧੂ ਦੀ ਸ਼ਰਨ 'ਚ ਜਾ, ਕਿਉਂਕਿ ਇਹ ਕਾਰਜ ਬੜਾ ਵੱਡਾ ਹੈ, ਤੇਰੇ ਤੋਂ ਆਪੇ ਨਹੀਂ ਹੋਣਾ। ਬਿਨਾਂ ਮਾਸਟਰ ਤੋਂ ਵੱਡੀਆਂ ਪੜ੍ਹਾਈਆਂ ਨਹੀਂ ਹੁੰਦੀਆਂ। ਉਹ ਵੱਖਰੀ ਗੱਲ ਹੈ, ਮਾੜਾ ਮੋਟਾ ਚਿੱਠੀ ਪੱਤਰ ਲਿਖਣ ਜੋਗਾ ਬੰਦਾ ਹੋ ਜਾਂਦਾ ਹੈ, ਪਰ ਪਿਆਰਿਓ ਡਾਕਟਰ ਨਹੀਂ ਬਣਦਾ, ਇੰਜੀਨੀਅਰ ਨਹੀਂ ਬਣਦਾ ਆਪੇ ਬੰਦਾ। ਉਹਦੇ ਵਾਸਤੇ ਕੋਈ ਵਿਸ਼ੇਸ਼ ਪਾਠਸ਼ਾਲਾ, ਯੂਨੀਵਰਸਿਟੀ, ਉਹਦੇ ਵਾਸਤੇ ਕੋਈ ਉੱਚ ਸਿੱਖਿਆ ਦਾ ਸਾਧਨ, ਕੋਈ ਚੰਗੇ ਪ੍ਰੋਫੈਸਰ, ਚੰਗੇ ਪੜ੍ਹਾਉਣ ਵਾਲੇ, ਚੰਗਾ ਉਸਤਾਦ ਉਹਦੇ ਲਈ ਚਾਹੀਦਾ ਹੈ। ਇਸ ਕਰਕੇ ਜੀਵਨ ਦਾ ਮਨੋਰਥ ਹੈ, ਇਹ ਜੀਵਨ ਦਾ ਮਨੋਰਥ ਸਾਧੂ ਦੀ ਸੰਗਤ ਤੋਂ ਬਗੈਰ ਪ੍ਰਾਪਤ ਨਹੀਂ ਹੋਣਾ। ਇਹ ਪੜ੍ਹਾਈ ਏਡੀ ਔਖੀ ਹੈ, ਜਦੋਂ ਤੁਸੀਂ ਪੜ੍ਹਨ ਲੱਗ ਜਾਓਗੇ ਤੁਹਾਨੂੰ ਪੈਰ ਪੈਰ ਤੇ ਇਹਦਾ ਸੋਝੀ ਗਿਆਨ ਮਿਲਣਾ। ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਮੈਂ ਦੇਖਦਾ ਬਹੁਤ ਸਾਰੇ ਲੋਕ ਅੰਮ੍ਰਿਤ ਵੇਲੇ ਵੀ ਉੱਠਦੇ ਆ, ਬਾਣੀ ਵੀ ਪੜ੍ਹਦੇ ਆ, ਜੀਵਨ 'ਚ ਸੁਚਮ ਵੀ ਹੈ, ਅੰਮ੍ਰਿਤ ਵੀ ਛਕਿਆ, ਪਰ ਫਿਰ ਵੀ ਦੁੱਖ ਹੈ ਜੀਵਨ 'ਚ। ਫਿਰ ਵੀ ਹਲੇ ਤੀਜਾ ਨੇਤਰ ਨਹੀਂ ਖੁੱਲਿਆ, ਆਪੇ ਸੋਝੀ ਨਹੀਂ ਆਈ, ਤਿੰਨਾਂ ਲੋਕਾਂ ਦਾ ਗਿਆਨ ਨਹੀਂ ਹੋਇਆ। ਹਲੇ ਆਤਮਾ ਨੂੰ ਪਰਮਾਤਮਾ ਦੀ ਝਲਕ ਬਣ ਕੇ ਨਹੀਂ ਵਿਖ ਰਿਹਾ। ਉਹਦਾ ਕਾਰਨ ਇਹ ਹੈ ਕੇਵਲ ਕਿ ਅਸੀਂ ਜੇ ਪਹਿਲੀ, ਦੂਜੀ ਕਲਾਸ, ਤੀਜੀ ਕਲਾਸ ਦੇ ਵਿੱਚ ਅਸੀਂ ਪੜ੍ਹਾਈ ਜ਼ੋਰ ਨਾਲ ਕਰੀ ਜਾਈਏ ਤੇ ਕਲਾਸ ਆਪਣੀ ਨਾ ਬਦਲੇ, ਕਲਾਸ ਉਸੇ 'ਚ ਹੀ ਰਹੀਏ। ਦੇਖੋ ਨਾ, ਚਾਰ ਲਾਵਾਂ ਨੇ ਲਾਵਾਂ,
ਜਿਹਦੇ ਨਾਲ ਆਪਾਂ ਸ਼ਾਦੀ ਕਰਾਉਂਦੇ ਹਾਂ, ਲਾਵਾਂ ਦਾ ਪਾਠ ਹੈ, ਤੁਸੀਂ ਉਹਨਾਂ ਦਾ ਕਿਤੇ ਧਿਆਨ ਨਾਲ ਉਹ ਬਾਣੀ ਪੜ੍ਹ ਕੇ ਉਹਨਾਂ ਦਾ ਕਿਤੇ ਤੁਸੀਂ ਅਰਥ ਕਰਕੇ ਦੇਖੋ। ਉਹ 4 ਅਵਸਥਾ ਨੇ। ਪਰ ਮਸਕੀਨ ਜੀ ਕਹਿੰਦੇ ਹੁੰਦੇ ਸੀ ਜਿਹੜੀ ਪਹਿਲੀ ਅਵਸਥਾ ਹੈ ਨਾ, ਜਿਹੜਾ ਸਰੀਰ ਕਰਕੇ ਆਪਾਂ ਧਰਮ ਨੂੰ ਕਮਾਉਣਾ, ਸਰੀਰ ਕਰਕੇ ਗੁਰਦੁਆਰੇ ਜਾਣਾ, ਆਪਣੇ ਮਨ ਨੂੰ ਇਸ ਗੱਲ ਨਹੀਂ ਮਨਾਉਣਾ ਕਿ ਬੰਦਿਆ ਤੇ ਧਰਮ ਧਾਰਨ ਕਰ ਲੈ, ਗੁਰਦੁਆਰੇ ਜਾਣਾ, ਬਾਣੀ ਪੜ੍ਹਨੀ, ਅੰਮ੍ਰਿਤ ਛਕਣਾ, ਸੇਵਾ ਕਰਨੀ। ਉਹ ਕਹਿੰਦੇ ਜਿਹੜਾ ਇੱਥੇ ਰੁਕ ਗਿਆ ਨਾ, ਉਹ ਸਾਕਤ ਨਾਲੋਂ ਵੀ, ਜਿਹੜਾ ਹਾਲੇ ਨਹੀਂ ਜੁੜਿਆ, ਉਹ ਕਹਿੰਦੇ ਉਹਦੇ ਨਾਲੋਂ ਵੀ ਮਾੜਾ। ਉਹ ਕਹਿੰਦੇ ਕਿਵੇਂ? ਉਹ ਫਿਰ ਉਦਾਹਰਨ ਦਿੰਦੇ ਹੁੰਦੇ ਸੀ, ਕਹਿੰਦੇ ਜਿਹੜਾ ਦਰਖਤ ਸੋਕੇ ਦੇ ਵਿੱਚ ਸੁੱਕ ਜਾਏ, ਮੀਂਹ ਨਾ ਪਵੇ, 10 ਸਾਲਾਂ ਬਾਅਦ ਵੀ ਮੀਂਹ ਪਵੇ ਤੇ ਥੱਲੇ ਮਿੱਟੀ 'ਚ ਜੜ ਹਰੀ ਹੁੰਦੀ ਏ, ਜਦੋਂ ਬਾਹਰੋਂ ਥੋੜਾ ਜਿਹਾ ਪਾਣੀ ਮਿਲ ਪਿਆ ਤੇ ਉਹ ਫਿਰ ਫੁੱਟ ਪਏਗਾ, ਫਿਰ ਵੱਡਾ ਹੋ ਜਾਏਗਾ, ਫਿਰ ਪੇੜ ਬਣ ਜਾਏਗਾ। ਉਹਦੀ ਉਮੀਦ ਹੈ ਉਸ ਬੀਜ ਦੀ, ਭਾਵੇਂ ਉਹ ਇੱਕ ਜੜ ਪਈ ਹੈ। ਆਪਾਂ ਵੇਖਦੇ ਹਾਂ ਰਾਜਸਥਾਨ ਦੇ ਵਿੱਚ ਕੋਈ ਜਦੋਂ ਮੀਂਹ ਪੈਂਦਾ ਉੱਥੇ ਕੋਈ ਬੀਜ ਪਾਉਣ ਥੋੜੀ ਜਾਂਦਾ ਹੈ, ਉੱਥੇ ਦੁਬਾਰਾ ਘਾਹ ਫਿਰ ਹਰਾ ਹੋ ਜਾਂਦਾ ਹੈ, ਫਿਰ ਆਪਣੀਆਂ ਲਹਿਰਾਂ ਹੋਣ ਲੱਗ ਜਾਂਦੀਆਂ ਨੇ, ਪੇੜ ਹਰੇ ਹੋ ਜਾਂਦੇ ਨੇ ਸੁੱਕੇ। ਪਰ ਉਹ ਕਹਿੰਦੇ ਜੇ ਕੋਈ ਪਾਣੀ ਦੇ ਵਿੱਚ ਸੁੱਕ ਜਾਏ, ਜੇ ਕੋਈ ਪੇੜ ਪਾਣੀ ਦੇ ਵਿੱਚ ਸੁੱਕ ਜਾਏ, ਕਹਿੰਦੀ ਉਹਦਾ ਇਲਾਜ ਫਿਰ ਕੋਈ ਨਹੀਂ ਹੈਗਾ। ਕਿਵੇਂ ਨਹੀਂ ਹੈਗਾ? ਉਹਨੂੰ ਫਿਰ ਸੁਕਾ ਵੀ ਦਿਓਗੇ, ਉਹ ਇਹੋ ਜਿਹਾ ਗਲ ਜਾਏਗੀ ਜੜ ਉਹਦੀ। ਕਿਉਂਕਿ ਜਦੋਂ ਬੰਦਾ ਧਰਮ ਦਾ ਚੌਥਾ ਪਦ ਪ੍ਰਾਪਤ ਨਹੀਂ ਕਰਦਾ, ਪਹਿਲੇ ਪਦ ਤੇ ਹਉਮੈ ਤੇ ਹੰਕਾਰ ਦਾ ਸ਼ਿਕਾਰ ਹੋ ਜਾਂਦਾ ਹੈ, ਉਹ ਪਾਣੀ ਵਿੱਚ ਸੜਨ ਦੇ ਬਰਾਬਰ ਹੀ ਹੈ। ਪਰ ਅਸੀਂ ਬੁਰਾਈ ਨਹੀਂ ਵੇਖਣੀ, ਢੈਂਦਾ ਪਾਸਾ ਨਹੀਂ ਵੇਖਣਾ। ਅਸੀਂ ਇਹ ਨਹੀਂ ਵੇਖਣਾ ਕਿ ਅਸੀਂ ਚੌਥੇ ਪਦ ਤੇ ਨਹੀਂ ਪਹੁੰਚੇ ਤੇ ਅਸੀਂ ਪਹਿਲਾ ਪਦ ਵੀ ਨਾ ਸਟਾਰਟ ਕਰੀਏ, ਇਹਦਾ ਨਹੀਂ ਲੈਣਾ। ਅਸੀਂ ਲੈਣਾ ਏਦਾਂ, ਅਸੀਂ ਪਹਿਲੀ ਪੌੜੀ, ਦੂਜੀ ਪੌੜੀ, ਤੀਜੀ ਪੌੜੀ, ਚੌਥੀ ਪੌੜੀ, ਪਰਮਾਤਮਾ ਦੇ ਮਿਲਾਪ ਤੱਕ ਰੁਕਣਾ ਨਹੀਂ। ਇਹ ਇਸ ਕਰਕੇ ਬਚਨ ਸੁਣਾਇਆ ਜਾ ਰਿਹਾ ਹੈ ਵੀ ਪਹਿਲੇ ਪੜਾਅ ਤੇ ਰੁਕੋ ਨਾ। ਇਹਦੀ ਪੜ੍ਹਾਈ, ਇਹਦੀ ਵਿਦਿਆ ਸੰਤ ਸਾਧੂ ਬ੍ਰਹਮ ਗਿਆਨੀ ਕੋਲ ਹੈ। ਕੋਈ ਨਾ ਕੋਈ ਜੀਵਨ ਦੇ ਵਿੱਚ ਅਰਦਾਸ ਕਰੋ, ਕਿਤੇ ਨਾ ਕਿਤੇ ਤੁਹਾਡੇ ਇਲਾਕੇ 'ਚ ਨੇੜੇ ਕਿਤੇ ਨਾ ਕਿਤੇ ਸਤਿਪੁਰਸ਼ ਜ਼ਰੂਰ ਤੁਹਾਨੂੰ ਮਿਲੇਗਾ। ਜਿਹਨਾਂ ਸਤਿਪੁਰਸ਼ ਹੈ ਦੁਨੀਆ ਤੇ, ਉਹਨਾਂ ਦੇ ਸਿਰ ਤੇ ਦੁਨੀਆ ਖੜੀ ਹੈ। ਜਿਸ ਦਿਨ ਸਤਿਪੁਰਸ਼ ਸੰਤ ਚਲੇ ਗਏ ਦੁਨੀਆ ਤੋਂ, ਉਦਨ ਇਹ ਗਰਕ ਹੋ ਜਾਏਗੀ। ਸੰਤ ਨਾ ਹੋਤੇ जगत में जल मरता संसार, सड़के आग लग जाएगी, सब कुछ विनाश हो जाएगा। इस संतां दे सिर ते, गुरुआं दे सिर ते, पीरां दे सिर ते, पैगंबरां दे सिर ते, बड़े लोकां दे सिर ते, सेवा करन वालियां दे सिर ते संसार खड़ा है। ये धरती उहदे सिर ते खड़ी है। आओ कुछ सज्जन संत ऐसा लभीए जिहड़ा मोयां तो बाद भी साडी प्रतीत करे, साडी राखी करे, सानू लोक सुखीए ते परलोक सुहेला करे। अज दियां इन्नियां बेनतियां परवान करनियां। भुल्लण अंदर सब को अभुल गुरु करतार। वाहिगुरु जी का खालसा, वाहिगुरु जी की फतेह।